बिस्मिल्लाहिर्रहमानिर्रहीम। अस्सलाम वालेकुम दोस्तों, क्या हाल चाल है? ठीक ठाक है, उम्मीद करता हूँ सब भाई खैर खैरियत से होंगे। अल्लाह पाक हम सब पे अपनी रहमत फरमाए। वेलकम बैक टू यूट्यूब चैनल। लें दोस्तों, आज हमारे साथ मौजूद हैं उस्ताद अलियास उर्फ टोनी के नाम से मशहूर हैं ये, और दूसरी तरफ हम हैं मियाँ फरहान दुबई वाले उस्ताद जुल्फ़कार जुल्फ़ी, इनके शागिर्द हैं उनके नयाब हैदर पार्टी से अगो हकीम शहजादा पार्टी। हाँ जी, और बस। अच्छा जी, सबसे पहले चलते हैं जी हम उस्ताद साहब की तरफ। उस्ताद जी अस्सलाम वालेकुम, कैसे मिजाज ने? ठीक हो? फरहान भैया आपके कैसे मिजाज? करम अल्लाह का, करम शुक्र अल्लाह ताला का, सब खैर खैरियत? अल्हम्दुलिल्लाह। उस्ताद जी, ਤੁਹਾਨੂੰ कबूतर परवरी च कितनी देर हो गई है? ਮੈਨੂੰ ਲਾ ਲਓ 40 ਸਾਲ 40 ਸਾਲ ਹੋ ਗਏ ਨੇ। ਤੇ 40 ਸਾਲਾਂ ਦੇ ਵਿੱਚ ਇੰਨੀ ਸਟਰਗਲ ਕੀਤੀ ਹੈ, ਉਡਾਏ ਵੀ ਕਬੂਤਰ, ਜੋੜੇ ਵੀ ਪਾਏ, ਹਾਂਜੀ ਠੀਕ ਹੈ। ਤੇ ਜਿਹੜੇ ਮਤਲਬ ਤੁਹਾਡੇ ਸ਼ਾਗਿਰਦ ਨੇ ਜਾਂ ਮਤਲਬ ਉਡਾਨ ਵਾਲੀ ਕਬੂਤਰ ਪਰਵਰੀ ਦੇ ਵਿੱਚ ਤੁਸੀਂ ਕੀ ਮਤਲਬ ਕਿ ਤਜਰਬਾ ਕੀਤਾ ਕਿ ਇਨਸਾਨ ਨੂੰ ਇਸ ਲਾਈਨ ਦੇ ਉੱਤੇ ਚੱਲਣਾ ਚਾਹੀਦਾ ਤੇ ਕਾਮਯਾਬੀ ਹੈ, ਇੰਜ ਚੱਲੇਗਾ ਤੇ ਨਾਕਾਮੀ ਹੈ? ਤੁਸੀਂ ਇਹ ਨਵੇਂ ਕਬੂਤਰ ਪਰਵਰਾਂ ਨੂੰ ਨਾ ਇਹ ਥੋੜਾ ਜਿਹਾ ਦੱਸੋ। ਦੇਖੋ ਜੀ, ਇੱਕ ਤਾਂ ਸਭ ਤੋਂ ਪਹਿਲੇ ਕਬੂਤਰ ਅੱਛਾ ਹੋਣਾ ਚਾਹੀਦਾ, ਠੀਕ ਹੈ, ਠੀਕ ਹੈ। ਔਰ ਛੱਤ ਹੈਗੀ ਨਾ, ਥੱਲੇ ਡਰਾਈਵਰ ਚੰਗਾ ਹੋਣਾ ਚਾਹੀਦਾ। ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਹੈਗਾ ਕਿ ਕਬੂਤਰ ਨੂੰ ਤੁਸੀਂ ਖੁਰਾਕ ਸਹੀ ਦਿਓ, ਦਾਣਾ ਪਾਣੀ ਸਹੀ ਕਰੋ, ਕਬੂਤਰ ਖੁਦ ਉੱਡੇਗਾ। ਖੁਦ ਉੱਡੇਗਾ। ਹਾਂਜੀ, ਠੀਕ ਕਬੂਤਰ ਹੋ। ਨੂੰ ਮੈਡੀਸਨ ਜਾਂ ਉਹਨਾਂ ਜਿਹਨਾਂ ਦੇਣੀਆਂ ਨੇ, ਉਹ ਬੰਦਿਆਂ ਦਾ ਜਿਹੜਾ ਨਾ ਆਪਣਾ ਫਨ ਹੁੰਦਾ। ਮੇਰੇ ਕੋਲ ਤਾਂ ਸਿਰਫ ਇੱਕ ਹੈਗਾ ਬਸ, ਜਵੈਨ ਦਾ ਪਾਣੀ, ਬਸ ਅਜਵਾਇਣ ਦਾ ਪਾਣੀ। ਜਵੈਨ ਦਾ ਪਾਣੀ। ਮੈਂ ਉਸ ਨਾਲ ਇਨਸ਼ਾਅੱਲਾ ਡਾਏ ਨੇ, ਜਿੱਥੇ ਵੀ ਡਾਏ ਨੇ ਅੱਲਾ ਨੇ ਇੱਜ਼ਤ ਦਿੱਤੀ। ਸ਼ਾਗਿਰਦਾਂ ਦੇ ਵੀ ਡਾਏ ਨੇ, ਕਿਸੇ ਯਾਰ ਦੋਸਤਾਂ ਦੇ ਵੀ ਡਾਏ ਨੇ, ਅੱਲਾਹ ਤਾਲਾ ਇੱਜ਼ਤ ਦਿੱਤੀ। ਠੀਕ ਤੇ ਹੋ। ਹੁਣ ਤੇ ਲੋਕਾਂ ਕੋਲ ਬੜੀ ਰੂਹ ਹੈ ਕਬੂਤਰਬਾਜ਼ੀ। ਸਾਡੇ ਵੇਲੇ 'ਚ ਕਬੂਤਰ 11-12 ਵਜੇ ਜਿਹੜਾ ਬਹਿੰਦਾ ਸੀ ਨਾ, ਬੜਾ ਵਿਨਰ ਹੁੰਦਾ ਸੀ। ਕੀ ਬਾਤ ਹੈ। ਨਹੀਂ ਤੇ 9 ਵਜੇ 8 ਵਜੇ ਕਬੂਤਰ ਬਹਿ ਕੇ ਮਰ ਜਾਂਦੇ ਹੁੰਦੇ ਸੀ, ਕੀ ਬਾਤ। ਇੰਨੀ ਗਰਮੀ ਪੈਂਦੀ। ਸਹੀ। ਹੁਣ ਇੰਨੀ ਪਰਵਾਜ਼ਾਂ ਹੋ ਗਈਆਂ, ਕਬੂਤਰਬਾਜ਼ ਸ਼ਾਮ ਨੂੰ ਵੀ ਬਹਿੰਦਾ ਤੇ ਉਹ ਉਸ ਤੋਂ ਬਾਅਦ ਕੋਈ ਭਾਅ ਵੀ ਦਿੰਦਾ। ਸਹੀ ਹੋ ਗਿਆ। ਅੱਛਾ ਉਸਤਾਦ ਜੀ, ਇੱਕ ਅੱਛੇ ਕਬੂਤਰ ਨੂੰ ਜੀ, ਆਪਣੀ ਪਰਫਾਰਮ ਕਿੰਨੀ ਕਰਨੀ ਚਾਹੀਦੀ ਹੈ ਖੁਰਾਕ ਲਾਏ ਬਗੈਰ? ਟੈਂਪਰੇਚਰ ਦੀ ਮੈਂ ਗੱਲ ਕਰ ਰਿਹਾ। 43 ਵਿੱਚ 44 ਵਿੱਚ 5-6 ਵਜੇ ਤੱਕ ਬਹਿਣਾ ਚਾਹੀਦਾ। ਆਪਣੀ ਮਤਲਬ ਕਿ ਆਪਣੀ ਕੋਈ ਵਿਸਰ ਖੁਰਾਕ ਦੇ ਸਿਰ ਤੇ ਔਰ ਕੋਈ ਸ਼ੈ ਨਹੀਂ ਦੇਣੀ, ਕੋਈ ਮਸਦ ਖੁਰਾਕ ਦੇ ਸਿਰ ਤੇ। ਖੁਰਾਕ ਦੇ ਸਿਰ ਤੇ 5 ਠੀਕ ਹੈ। ਵਜੇ 6 ਵਜੇ ਕਬੂਤਰ ਬਹਿੰਦੇ ਨੇ। ਤੇ ਇਹ ਫਰਹਾਨ ਸਾਹਿਬ ਨੂੰ ਪੁੱਛੋ, ਬੈਠੇ ਵੀ ਨੇ। ਇਹ ਨਹੀਂ ਹੈਗਾ ਕਿ ਸਿਰਫ ਗੱਲ ਕਰ ਰਹੇ ਆ, ਅਫਸਾਸ ਦੇ ਵਿੱਚ ਬੈਠੇ ਨੇ। ਅਸੀਂ ਇੱਕ ਟਾਈਮ ਕਿਹਾ ਵੀ ਉੱਤੋਂ ਨਹੀਂ ਆਣਾ, ਉੱਤੋਂ ਨਿਕਲ ਕੇ ਬੈਠਾ ਕਬੂਤਰ। ਅੱਛਾ ਉਸਤਾਦ ਜੀ, ਜਦੋਂ ਇੱਕ ਪਿਛਲਾ ਟਾਈਮ ਹੋ ਜਾਂਦਾ, ਜ਼ਾਹਿਰ ਹੈ ਕਬੂਤਰ ਪਰਵਰੀ ਦੇ ਵਿੱਚ ਅੱਜ ਕੱਲ੍ਹ ਕਬੂਤਰਬਾਜ਼ੀ ਹੈਗੀ ਹੈ ਕਿ ਪਿਛਲੇ ਟਾਈਮ ਦੀ ਜੀ 8 ਵਜੇ ਦੀ 9 ਵਜੇ 9 ਦੀ। ਵਜੇ ਕਦੀ ਇਸ ਤਰ੍ਹਾਂ ਵੀ ਹੋਇਆ ਕਿ ਤੁਹਾਨੂੰ ਤਜਰਬਾ ਹੋ ਗਿਆ ਹੋਵੇ ਕਿ ਯਾਰ ਇਹ ਮੇਰਾ ਪਾਕਟ ਕਬੂਤਰ ਹੈ 5-6 ਵਜੇ ਪੱਕੇ ਗੇੜੇ ਤੇ ਬਹਿ ਰਿਹਾ, ਹਾਂਜੀ। ਕਿ ਤੁਹਾਨੂੰ ਤਜਰਬਾ ਹੋ ਗਿਆ ਹੋਵੇ ਕਿ ਯਾਰ ਇਹ ਅੱਜ ਜਿਹੜਾ ਅੱਜ ਆ ਕਬੂਤਰ ਨਹੀਂ ਆਏਗਾ ਉੱਤੋਂ? ਕੋਈ ਇਸ ਤਰ੍ਹਾਂ ਦਾ ਤਜਰਬਾ ਹੁੰਦਾ ਕਬੂਤਰ ਪਰਵਰੀ 'ਚ? ਹਾਂਜੀ, ਜਿਸ ਵੇਲੇ ਮੌਸਮ ਕੋਈ ਨਾਰਮਲ ਹੋ ਗਿਆ ਨਾ, ਅਗਰ 43 'ਚ ਬਹਿ ਰਿਹਾ 4-5 ਵਜੇ, ਤੇ ਜਿਸ ਵੇਲੇ ਬਾਜ਼ੀ ਹੁੰਦੀ ਹੈ ਕਿਸੇ ਟਾਈਮ ਮੌਸਮ ਨਾਰਮਲ ਹੋ ਜਾਂਦਾ ਪਿਛਲੇ ਟਾਈਮ, ਤੇ ਕਬੂਤਰ ਨਹੀਂ ਬਹਿੰਦਾ। ਨਹੀਂ ਬਹਿੰਦਾ। ਹਾਂ, ਸੋਚ ਇੱਕ ਅੱਧਾ ਹੋਏਗਾ ਜਿਹੜਾ ਬਹਿ ਜਾਏਗਾ, ਕੋਈ ਖੋਚਲ ਕਬੂਤਰ ਹੋਵੇ। ਠੀਕ ਹੋ ਗਿਆ। ਹਾਂਜੀ, ਅੱਛਾ, ਇਹ ਜਿਹੜੇ ਸਾਡੇ ਨਵੇਂ ਕਬੂਤਰ ਪਰਵਰ ਨੇ ਉਹਨਾਂ ਨੂੰ ਵੀ ਇਹ ਚੀਜ਼ ਅਸੀਂ ਦੱਸਣੀ ਹੈ। 50 ਕਬੂਤਰ ਕੱਢ ਦਿੱਤੇ ਬਾਹਰ, ਜੀ। ਕਿਸ ਤਰ੍ਹਾਂ ਦੇ ਕਬੂਤਰ ਅੱਗੇ ਲਿਆ ਕੇ ਬਾਜ਼ੀ 'ਚ ਸਿਲੈਕਟ ਕਰਨੇ ਨੇ? ਇਹ ਜੀ ਉਹ ਵੀ ਕਬੂਤਰ ਹੈਗੇ ਨੇ ਜਿਨ੍ਹਾਂ ਨੂੰ ਫਿਰਤਾਂ ਅੱਛੀਆਂ ਮਿਲਣ, 2-2.5 ਵਜੇ ਦੀ ਪੱਕੀ ਫਿਰਤ ਹੋਵੇ, ਭਾਵੇਂ ਰੋਜ਼ ਡਾਓ ਤੁਸੀਂ ਕਬੂਤਰ। ਲੇਕਿਨ ਇਹ ਹੈਗਾ ਕਿ ਉਹ ਹੀ ਕਬੂਤਰ 4-5-6 ਵਜੇ ਤੱਕ ਜਾਣਗੇ, ਜਿਹੜੇ 2-2.5 ਵਜੇ ਬਹਿੰਦੇ ਨੇ। ਤੁਸੀਂ ਹਫ਼ਤਾ ਡਾਏ ਨੇ ਜਾਂ 15 ਦਿਨ ਡਾਏ ਨੇ, ਉਹਨਾਂ 'ਚੋਂ ਜਿਹੜੇ 7 ਕਬੂਤਰ ਹੋਣਗੇ ਤੁਹਾਡੇ, ਉਹ ਤੁਸੀਂ ਅੱਖਾਂ ਮੀਟ ਕੇ ਉਡਾ ਦੇਣੇ ਨੇ। ਉਹ ਜ਼ਾਇਆ ਹੋਣ ਦਾ ਘੱਟ ਚਾਂਸ ਹੁੰਦਾ। ਜਿਨ੍ਹਾਂ ਦੀਆਂ ਫਿਰਤਾਂ ਨਹੀਂ ਸਹੀ ਤਰ੍ਹਾਂ ਹੁੰਦੀਆਂ, ਤੁਸੀਂ ਬਾਜ਼ੀ ਪਾ ਦਿੰਦੇ, ਉਹ ਕਬੂਤਰ ਜ਼ੋਰ ਮਾਰਦੇ ਨੇ, ਕਬੂਤਰ ਹੋਣੇ ਪੋਣੇ ਹੋ ਜਾਂਦੇ। ਠੀਕ। ਜਿਸ ਕਬੂਤਰ ਦੀ 12-1 ਵਜੇ ਤੇ ਫਿਰ ਤੇ ਉਹ ਹਫ਼ਤਾ 15 ਦਿਨ ਉਡਾਏ ਨੇ, ਉਹ ਕਬੂਤਰ ਤੁਹਾਡੇ ਕਾਮਯਾਬ ਨੇ। ਅੱਛਾ ਫਰਜ਼ ਕਰੋ ਬੁੱਧ ਦੀ ਫਿਰਤ ਆ ਗਈ ਪੱਕੀ, ਜੀ, ਮੌਸਮ ਖਰਾਬ ਹੋ ਗਿਆ, ਕੀ ਰੋਕਣੇ ਚਾਹੀਦੇ ਨੇ ਕਬੂਤਰ? ਨਹੀਂ ਨਾ ਰੋਕੋ, ਵੀ ਟਾਂਕੇ ਡਾਲੋ, ਟਾਂਕੇ ਉਡਾ ਲੈਣ। ਉਹ 2-4 ਘੰਟੇ ਫਿਰ ਜਾਣ, ਜਿੱਥੇ 8 ਘੰਟੇ ਫਿਰਦੇ ਨੇ 4-5 ਘੰਟੇ ਫਿਰ ਜਾਣ। ਠੀਕ ਹੋ ਗਿਆ। ਤੇ ਅੱਛਾ ਉਸਤਾਦ ਜੀ, ਜਦੋਂ ਕਬੂਤਰ ਅਸੀਂ 7 ਕਬੂਤਰ ਕੱਢ ਲਿੱਤੇ, ਜੀ, ਠੀਕ ਹੈ, ਬਾਜ਼ੀ ਵਾਸਤੇ, ਜੀ। ਜਾਂ 20 ਕਬੂਤਰ ਨੂੰ ਅਸੀਂ ਅੱਗੇ ਲੈਣ ਦਾ, ਬਾਕੀਆਂ ਨੂੰ ਸਾਈਡ ਤੇ ਕਰ ਦਿੱਤਾ,
ਖੁਰਾਕ ਕਦੋਂ ਲਾਣੀ ਕਬੂਤਰ ਨੂੰ, ਮਤਲਬ ਕਿ ਇੱਕ ਅਥੈਂਟਿਕ ਸਾਡੇ ਜਿਹੜੇ ਨਵੇਂ ਦੋਸਤ ਨੇ ਨਾ ਉਹ ਇਹ ਚੀਜ਼ ਅਕਸਰ ਪੁੱਛਦੇ ਨੇ ਕਿ ਸਲਮਾਨ ਭਾਈ ਖੁਰਾਕ ਪਰਿੰਦੇ ਨੂੰ ਕਦੋਂ ਲਾਣੀ ਹੈ? ਸਵੇਰ ਦੇ ਟਾਈਮ, ਠੀਕ ਹੋ ਗਿਆ, ਰਾਤ ਦੇ ਟਾਈਮ ਖੁਰਾਕ ਕਦੀ ਨਹੀਂ ਦੇਣੀ, ਨਹੀਂ ਦੇਣੀ। ਨਹੀਂ ਦੇਣੀ। ਔਰ ਕਿੰਨੇ ਦਿਨ ਪਹਿਲੇ ਜਦੋਂ ਫਿਰਤਾ ਲੈ ਰਹੇ ਹੋ ਕਿੰਨੇ ਦਿਨ ਪਹਿਲੇ ਤੁਹਾਨੂੰ ਸ਼ੁਰੂ ਕਰਨੀ ਚਾਹੀਦੀ ਹੈ ਖੁਰਾਕ? ਮੈਂ ਪੁੱਛ ਰਿਹਾ। ਫਿਰਤਾ ਆਵੇ ਨਾ, ਫਿਰਤਾ ਮਾਰੋ ਕਬੂਤਰਾਂ ਨੂੰ, ਕਬੂਤਰ ਚਲੇ ਜਾਣ 4-5 ਵਜੇ, ਜਿੰਨਾ ਤੱਕ ਕਬੂਤਰ ਵਗੇ ਨਾ ਉਹਨਾਂ ਚ ਕਬੂਤਰ ਖੁਰਾਕ ਹਾਂ, ਨਹੀਂ। ਇਹ ਚੀਜ਼ ਮੈਂ ਪੁੱਛ ਰਿਹਾ ਸੀ ਵਗੇ ਨਾ, ਤੇ ਉਹਦੀ ਵਿੱਠ ਕਿਸ ਤਰ੍ਹਾਂ ਦੀ ਹੋਏਗੀ ਕਿ ਵਗੇ ਕਬੂਤਰ ਦੀ ਜਾਂ ਇੱਕ ਖਰਾਬ ਕਬੂਤਰ ਦੀ ਪਤਾ ਚੱਲ ਜਾਂਦਾ? ਚੱਲ ਜਾਂਦਾ ਇਹਦੀ ਬੈਠੇ ਜਦੋਂ ਚਰਬੀ ਨਹੀਂ ਮਾਰਦਾ ਇਸ ਤਰ੍ਹਾਂ ਵਾਈਟ ਜੀ ਚਰਬੀ, ਤੇ ਜੇ ਅਗਰ ਉਹ ਹਰੀ ਚਰਬੀ ਵਾ ਰਿਹਾ ਤੇ ਹਰੀ ਵਿੱਠ ਕਰ ਰਿਹਾ, ਸੋਰੀ ਤਲਖ ਹੁੰਦਾ ਕਬੂਤਰ ਅੰਦਰ, ਤਲਖ ਹੁੰਦਾ, ਤੇ ਫਿਰ ਉਹਨੂੰ ਤੁਸੀਂ ਥੋੜਾ ਬਹੁਤ ਕੀ ਦਿੰਦੇ ਹੋ? ਸਾਡੇ ਦੋਸਤਾਂ ਨੂੰ ਇਹ ਦੱਸ ਦਿਓ ਕਿ ਰੂਟੀਨ ਚ ਆਈਏ ਜਾਂ ਅਸੀਂ weight ਆਪਣੇ- ਕਬੂਤਰ ਦਾ ਕਿੰਨਾ ਦੱਸ ਦਿਓਗੇ? ਦੱਸਦੇ ਅੱਛਾ, ਨਾ, ਚਲੋ। ਕੀ ਹੋਇਆ ਅਸੀਂ ਇਹ ਦਿੰਦੇ ਆ ਕਿ ਬੇਸਰ ਨਾਰਦਾਨਾ, ਠੀਕ ਹੈ, ਜ਼ੀਰਾ, ਠੀਕ। ਇਹਦਾ ਪਾਣੀ ਘੋਟ ਕੇ ਨਾ ਇਹਦਾ ਪਾਣੀ ਕਬੂਤਰਾਂ ਪਤਲਾ ਰੱਖ ਕੇ ਦੇ ਦੇ। ਮਤਲਬ ਮਿਕਦਾਰ ਦੱਸ ਦਿਓ ਕਿ ਵੀ ਇਹ ਲੀਟਰ ਪਾਣੀ ਚ ਇੰਨੀ ਕੁ ਇਹ ਪਾਣੀ ਹੈਗੀ ਹੈ ਜ਼ੀਰਾ ਜਾਂ ਅਨਾਰਦਾਨਾ? ਮੇਰਾ ਮਸਕ ਅੱਧਾ ਕੁ ਕਿਲੋ ਪਾਕ ਪਾਣੀ ਹੋਣਾ ਚਾਹੀਦਾ, ਠੀਕ ਹੈ, ਉਹਦੇ ਵਿੱਚ ਹੀ ਬਸ 2 ਸੀਸੀ ਉਹ ਖਿੱਚ ਲਓ, 3 ਸੀਸੀ ਉਹ ਦੇ ਦਿਓ ਕਬੂਤਰ, ਠੀਕ ਹੈ, 5 ਸੀਸੀ ਦੇ ਦਿਓ ਕਬੂਤਰ, ਇਹ ਮਨ ਅੰਦਰੋਂ ਸਹੀ ਹੋਈ ਆ। ਸਾਫ਼ ਹੋ ਜਾਏਗਾ। ਫਿਰ ਉਹਨੂੰ ਕਿੰਨੀ ਦੇਰ ਬਾਅਦ ਦੁਬਾਰਾ ਖੁਰਾਕ ਦੇ ਸਕਨੇ ਆ ਕਿ ਖੁਦ ਮੰਗੇਗਾ ਕਬੂਤਰ? ਕਬੂਤਰ ਮੰਗੇਗਾ ਖਾਣ ਨੂੰ, ਇਹ ਭੁੱਖ ਲਾਉਂਦਾ ਹੈ, ਭੁੱਖ ਲਾਂਦਾ ਤੇ ਪੋਟ ਵੀ ਅੰਦਰੋਂ ਸਾਫ਼ ਕਰ ਕੋਡ ਵੀ ਚੱਲੇਗੀ। ਅੱਲਾ ਦੇ ਹੁਕਮ ਜਿਹੜਾ ਬੰਦਾ ਪਾਣੀ ਪਾਏਗਾ ਨਾ ਇਹ ਫਿਰਤਾਂ ਦੇ ਵਿੱਚ ਵੀ इंशाल्लाह पोटा नहीं रुके। लें जी दोस्तों, ये उस्ताद अलियास उर्फ उस्ताद टोनी के नाम से इधर बाबू साबू एरिया में मशहूर है ये, और बड़ी माशाल्लाह इनकी ना उड़ाने में और जोड़ों में कबूतर परवरी की ना बड़ी महारत है। जो बात करेंगे अथेंटिक करेंगे और आपने अमल भी करना। अच्छा उस्ताद जी, एक चीज़ गल्लां चों होर निकली, ਜਿਹੜੇ ਸ਼ਾਗਿਰਦ ਆਪਣੇ ਉਸਤਾਦ ਦੀ ਗੱਲ ਤੇ ਅਮਲ ਨਹੀਂ ਕਰਦੇ ਉਹਨਾਂ ਵਾਸਤੇ ਕੀ ਕਹਿੰਦੇ ਹੋ वो ਤੁਸੀਂ? बिस्ती ਹੁੰਦੇ ਨੇ ਫਿਰ ਅਮਲ ਕਰਨਾ ਚਾਹੀਦਾ। ਅਮਲ ਕਰਨਾ ਚਾਹੀਦਾ। ਜਿਨ੍ਹਾਂ ਨੂੰ ਹੁਣ ਮੇਰਾ ਮਸਕ ਕਿ ਕਈਆਂ ਨੇ ਕਿਹਾ ਕੰਮ ਕਰਨਾ ਹੈ ਉਹ ਨਾ ਕਰਾਂਗੇ, ਬਿਸਤੀ ਹੋਣਗੇ ਨਾ, ਉਸਤਾਦ ਵੀ ਬਿਸ ਹੋਣਗੇ ਤੇ ਉਹ ਵੀ लेकिन माजरत नाल उस्ताद भी नीयत वाला है, नीयत वाला उस्ताद भी सही होना चाहिए। बिल्कुल ठीक। लें जी दोस्तों, थोड़ी सी अपना फरहान भाई से गुफ्तगू करते हैं। ये उस्ताद जुल्फ़कार जुल्फ़ी जो उनसे है ना उनके शागिर्द हैं ये। अच्छा फरहान भाई, मैं तुहाडे कोल एक छोटा जिहा क्वेश्चन करना, इन्ने अच्छे उस्ताद ने, ਤੁਸੀਂ ਆਪਣੇ ਉਸਤਾਦ ਵਿੱਚ ਕਿਹੜੀ ਖੂਬੀ ਦੇਖੀ ਕਿ ਤੁਸੀਂ ਉਹਨਾਂ ਦੇ ਸ਼ਾਗਿਰਦ ਹੋਈ ਹੋ? ਸਭ ਤੋਂ ਪਹਿਲੇ ਤੇ ਮੁੰਨਾ ਭਾਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ, ਤੁਸੀਂ ਮੇਰੇ ਛਾਤੇ ਤੇ ਤਸ਼ਰੀਫ ਲਿਆਏ ਔਰ ਇੱਜ਼ਤ ਬਖਸ਼ੀ ਜੇ ਤੁਸੀਂ ਸਾਡਾ ਇੰਟਰਵਿਊ ਕੀਤਾ। ਦੂਸਰਾ, ਪਾਕਿਸਤਾਨ ਦੇ ਸਾਡੇ ਜਿਹੜੇ ਨਾਮਵਰ ਉਸਤਾਦ ਨੇ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਵਾ ਜਿਨ੍ਹਾਂ ਨੇ ਏਡੀ ਅੱਛੀ ਬਰੀਡਸ ਬਣਾਈ ਹੈ, ਇੰਨੇ ਅੱਛੇ ਕਬੂਤਰ ਬਣਾਏ ਔਰ ਇੰਨੇ ਅੱਛੇ ਮੁਕਾਬਲੇ ਲੜੇ ਕਿ ਉਹਨਾਂ ਨੂੰ ਪਾਕਿਸਤਾਨ ਤੋਂ ਬਾਹਰ ਇੰਟਰਨੈਸ਼ਨਲੀ ਮੁਤਾਰਿਫ ਕਰਵਾਇਆ। ਬਿਲਕੁਲ। ਤੇ ਉਹਨਾਂ ਦੀ ਵਜ੍ਹਾ ਤੋਂ ਅੱਜ ਸਾਡੀ ਵੀ ਇੱਕ ਛੋਟੀ ਮੋਟੀ ਪਹਿਚਾਣ ਬਣਨਾ ਸ਼ੁਰੂ ਹੋਈ ਔਰ ਉਹਨਾਂ ਦੇ ਤਵੱਸਤ ਨਾਲ ਸਾਨੂੰ ਅੱਛੇ ਕਬੂਤਰ ਮਿਲਣਾ ਸ਼ੁਰੂ ਹੋਏ। ਬਿਲਕੁਲ ਠੀਕ ਹੈ, ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ। ਕਮਿੰਗ ਬੈਕ ਟੂ ਯਰ ਕੁਐਸਚਨ ਕਿ ਮੈਨੂੰ ਆਪਣੇ ਉਸਤਾਦ 'ਚ ਐਸੀ ਕਿਹੜੀ ਖੂਬੀ ਨਜ਼ਰ ਆਈ ਕਿ ਮੈਂ ਉਹਨਾਂ ਦਾ ਸ਼ਾਗਿਰਦ ਹੋਇਆ। ਨੰਬਰ 1, ਮੈਨੂੰ ਆਪਣੇ ਉਸਤਾਦ 'ਚ ਇਹ ਖੂਬੀ ਨਜ਼ਰ ਆਈ, ਉਹ ਇਨਸਾਨ ਇਖਲਾਕ ਦਾ ਬਹੁਤ ਅੱਛਾ ਸੀ। ਠੀਕ ਹੈ, ਮੈਨੂੰ ਉਸ ਇਨਸਾਨ ਦਾ ਇਖਲਾਕ ਬਹੁਤ ਅੱਛਾ ਲੱਗਾ। ਦੂਸਰਾ, ਜਦੋਂ ਉਹਨੂੰ ਮੈਂ ਜਾ ਕੇ ਮਿਲਿਆ ਤੇ ਉਹਨੇ ਕੋਈ ਹਫਰਾ ਤਫਰੀ ਨਹੀਂ ਪਾਈ ਕਿ ਮੇਰੇ ਕੋਲ ਕਬੂਤਰ ਖਰੀਦ ਲਓ। ਉਹਨੇ ਮੈਨੂੰ ਅੱਛੇ ਕਬੂਤਰ ਪਹਿਲੇ ਸ਼ੁਰੂ 'ਚ ਗਿਫਟ ਦਿੱਤੇ, ਮੈਂ ਉਹਨਾਂ ਦੇ ਬੱਚੇ ਉਡਾਏ, ਮੈਨੂੰ ਟੈਸਟ ਕੀਤਾ, ਮੈਂ ਉਸਤਾਦ ਨੂੰ ਪਹਿਲੇ ਪਰਖਿਆ। ਠੀਕ ਹੈ, ਬਾਹਰੋਂ ਉਹਨਾਂ ਦੇ ਬਾਰੇ ਸੁਣਿਆ, ਫਿਰ ਜਾ ਕੇ ਮੇਰਾ ਦਿਲ ਮੁਤਮਈਨ ਹੋਇਆ, ਮੈਂ ਕਿ ਮੈਂ ਇਹਨਾਂ ਦਾ ਸ਼ਾਗਿਰਦ ਹੋਣਾ ਚਾਹੁੰਦਾ ਹਾਂ। ਠੀਕ ਹੈ, ਫਿਰ ਮੈਂ ਸ਼ਾਗਿਰਦ ਹੋਇਆ ਉਹਨਾਂ ਦਾ। ਇਹ ਖੂਬੀ ਸੀ ਜਿਹੜੀ ਮੈਨੂੰ ਉਹਨਾਂ ਦੀ ਪਸੰਦ ਆਈ। ਅੱਛਾ, ਅਕਸਰ ਜਿਹੜਾ ਨਾ ਫਰਹਾਨ ਭਾਈ ਇੱਕ ਚੀਜ਼ ਹੋਰ ਹੈਗੀ ਹੈ, ਇੱਕ ਉਸਤਾਦ ਕੋਲ ਅੱਛੇ ਅਸੀਂ ਬਿਲਕੁਲ ਕਰ ਸਕਦੇ ਹਾਂ। ਇੱਕ ਅੱਛਾ ਉਸਤਾਦ ਜਿਹੜਾ ਕਬੂਤਰਾਂ ਦਾ ਮੁਹਤਾਜ ਨਹੀਂ ਹੈਗਾ। ਬਿਲਕੁਲ ਇੱਕ ਅੱਛੀ ਸੈਂਸ ਹੋਣਾ ਉਸਤਾਦ ਦੇ ਅੰਦਰ ਸ਼ਾਗਿਰਦ ਵਾਸਤੇ ਇਹੀ ਚੀਜ਼ ਇਨਫਲੂਐਂਸ ਕਰਦੀ ਹੈ ਉਹਨੂੰ। ਉਸਤਾਦ ਦੇ ਅੰਦਰ ਅੱਛੀ ਸੈਂਸ ਹੈ, ਇੱਕ ਅੱਛਾ ਉਸਤਾਦ ਹੈ, ਨੀਅਤ ਵਾਲਾ ਹੈ, ਉਹ ਤੁਹਾਨੂੰ ਬਾਹਰ ਦੁਕਾਨ ਤੋਂ ਵੀ ਡੜੀਆਂ ਜਿਹਨੂੰ ਅਸੀਂ ਕਹਿੰਦੇ ਹਾਂ ਉੱਥੋਂ ਵੀ 2-4 ਕਬੂਤਰ ਲੈ ਕੇ ਜੋੜੇ ਬਣਾ ਕੇ ਦੇ ਦੇਗਾ, ਲਓ ਜੀ ਇਹਨੂੰ ਉਡਾਓ। ਤੇ ਮੈਂ ਜੋ ਸਮਝਦਾ ਵਾਂ, ਐਸੇ ਉਸਤਾਦਾਂ ਦੀ ਜ਼ਿਆਦਾ ਕਦਰ ਕਰੋ ਜਿਨ੍ਹਾਂ ਕੋਲ ਆਲਰੇਡੀ ਕਬੂਤਰ ਮੌਜੂਦ ਨੇ, ਜਿਨ੍ਹਾਂ ਨੇ ਪੈਸਾ ਲਗਾਇਆ, ਕਿਉਂਕਿ ਪੈਸੇ ਦਾ ਖੇਲ ਬਣ ਗਿਆ ਹੈ। ਜਿਨ੍ਹਾਂ ਕੋਲ ਆਲਰੇਡੀ ਮੌਜੂਦ ਨੇ ਉਹਨਾਂ ਦੇ ਪਿੱਛੇ ਸਭ ਨੱਸਦੇ ਪਏ ਨੇ। ਅਸੀਂ ਉਸ ਉਸਤਾਦ ਨੂੰ ਸਪੋਰਟ ਵੀ ਕਰਨਾ ਔਰ ਉਸ ਉਸਤਾਦ ਨੇ ਸਾਨੂੰ ਵੀ ਸਪੋਰਟ ਕਰਨਾ, ਉਹ ਨਾਲ ਤੁਹਾਡੇ ਸ਼ਾਨਾ ਬਸ਼ਾਨਾ ਚੱਲੇਗਾ ਵੀ ਐਸਾ ਉਸਤਾਦ। ਤੇ ਮੈਂ ਬਿਲਕੁਲ ਤੁਹਾਡੇ ਇਸ ਗੱਲ ਤੋਂ ਐਗਰੀ ਕਰਨਾ ਵਾ। ਮੈਂ ਤਾਂ ਐਸੇ ਉਸਤਾਦ ਨੂੰ ਹੀ ਪ੍ਰੈਫਰ ਜ਼ਿਆਦਾ ਕਰਾਂਗਾ ਜਿਹਦੇ ਕੋਲ ਸੈਂਸ ਅੱਛੀ ਹੈ। ਸਹੀ ਸੈਂਸ ਹੈ ਤਾਂ ਕਬੂਤਰ ਬਣਾ ਲੈਂਗੇ, ਬਿਲਕੁਲ ਸ਼ਾਗਿਰਦ ਵੀ ਬਣਾ ਕੇ ਦੇ ਦੇਣਗੇ। ਠੀਕ ਹੋ ਗਈ ਇਹ ਚੀਜ਼ ਹੈ। ਅੱਛਾ, ਇੱਕ ਹੋਰ ਮੇਰਾ ਕੁਐਸਚਨ ਹੈਗਾ ਕਿ ਤੁਹਾਡੇ ਉਸਤਾਦ ਕੋਲੋਂ ਤੁਹਾਨੂੰ
ਕੋਈ ਐਸੀ ਟਿਪ ਮਿਲੀ ਹੋਏ ਕਿ ਬੇਟਾ ਇਹ ਚੀਜ਼ ਜਿਹੜੀ ਹੈ ਨਾ, ਇਹ ਜਿਹੜੀ ਮੈਂ ਚੀਜ਼ ਤੈਨੂੰ ਦੱਸੀ ਹੈ, ਇਹਨੂੰ ਆਪਣੇ ਪੱਲੇ ਬੰਨ੍ਹ ਲੈਣਾ ਤੇ ਤੂੰ ਕਾਮਯਾਬ ਹੈ। ਕੋਈ ਇਸ ਤਰ੍ਹਾਂ ਦੀ ਟਿਪ ਜਿਹੜੇ ਸਾਡੇ ਨਵੇਂ ਦੋਸਤ ਨੇ ਨਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਕਬੂਤਰਬਾਜ਼ੀ ਸਿੱਧੀ ਹੋਵੇ, ਲਾਈਨ ਤੇ ਆ ਜਾਣ। 2-3 ਚੀਜ਼ਾਂ ਹੈਗੀਆਂ ਨੇ। ਸਭ ਤੋਂ ਪਹਿਲੇ ਤਹਮੁਲ ਮਿਜ਼ਾਜੀ। ਠੀਕ ਹੈ, ਇਸ ਕੰਮ ਵਿੱਚ ਕਾਲਾ ਨਹੀਂ ਪੈਣਾ। ਠੀਕ ਹੈ, ਕਾਲੇ ਪਏ ਤੁਸੀਂ ਗਏ। ਠੀਕ ਹੈ, ਠੀਕ ਹੈ। ਦੂਸਰਾ, ਦੂਸਰਿਆਂ ਦੇ ਕਬੂਤਰ ਦੇ ਫਿਰਤਾਂ ਲਈ ਧਿਆਨ ਨਹੀਂ ਦੇਣਾ ਤੁਸੀਂ। ਠੀਕ ਹੈ, ਕਿੰਨੇ ਵਜੇ ਤੱਕ ਬਹਿ ਰਹੇ ਨੇ, ਤੁਸੀਂ ਆਪਣੇ ਕਬੂਤਰਾਂ ਤੇ ਫੋਕਸ ਕਰਨਾ ਹੈ। ਠੀਕ ਹੈ, ਤੁਹਾਡੇ 2 ਵਜੇ ਬਹਿ ਰਹੇ ਨੇ, 12 ਵਜੇ ਬਹਿ ਰਹੇ ਨੇ, ਜਦੋਂ ਵੀ ਬਹਿੰਦੇ ਨੇ ਤੁਸੀਂ ਆਪਣੇ ਕਬੂਤਰਾਂ ਤੇ ਫੋਕਸ ਕਰਨਾ ਹੈ। ਠੀਕ ਹੈ, ਨੰਬਰ 2। ਨੰਬਰ 3, ਬੇਈਮਾਨ ਔਰ ਅਜੀਬੋ ਗਰੀਬ ਕਿਸਮ ਦੇ ਮੁਹੱਬਤ ਕੋਲੋਂ ਬਚਣਾ ਹੈ। ਠੀਕ ਹੋ ਗਿਆ, ਬਦਨੀਅਤਾ ਜਿਹੜਾ ਮੁਹੱਬਤ ਉਹਦੇ ਕੋਲੋਂ ਬਚਣਾ ਤੁਸੀਂ। ਠੀਕ ਹੈ, ਅਗਰ ਤੁਸੀਂ ਉਸ ਮੁਹੱਬਤ ਕੋਲੋਂ ਬਚ ਗਏ ਨਾ, ਤੁਸੀਂ ਕਾਮਯਾਬ ਹੋ। ਔਰ ਜੋ ਕਰਨਾ ਤੁਸੀਂ ਆਪਣੇ ਹੱਥ ਨਾਲ ਕਰਨਾ ਹੈ। ਠੀਕ ਠੀਕ ਹੋ ਹੈ। ਗਿਆ, ਆਪਣਾ ਰੰਗ ਸਾੜੋ, ਖੁਰਾਕ ਦਿਓ, ਜੋ ਕਰਨਾ ਖੁਦ ਕਰਨਾ ਹੈ, ਔਰ ਮੁਹੱਬਤ ਕੋਲੋਂ ਬਚੋ। ਠੀਕ ਹੋ ਗਿਆ, ਮੁਹੱਬਤ ਸਮਝ ਲਓ ਤੁਹਾਡੇ ਵਾਸਤੇ ਜ਼ਹਿਰ ਦਾ ਕੰਮ ਕਰਦਾ ਹੈਗਾ। ਉਹਨੂੰ ਤੁਸੀਂ ਨਾਲ ਲੈ ਕੇ ਚੱਲਣਾ ਹੁੰਦਾ ਹੈ, ਨਾ ਕਿ ਉਹ ਤੁਹਾਨੂੰ ਨਾਲ ਲੈ ਕੇ ਚੱਲੇ। ਬਿਲਕੁਲ ਸਹੀ। ਇਹ 2-3 ਟਿਪਸ ਐ ਮੇਰੇ ਉਸਤਾਦ ਨੇ ਦਿੱਤੀਆਂ ਸਨ, ਜਿਨ੍ਹਾਂ ਤੇ ਮੈਂ ਅਮਲ ਕਰ ਰਿਹਾ ਵਾਹ ਵਾਹ ਵਾਹ, ਕੀ ਬਾਤ ਹੈ। ਔਰ ਅਥੈਂਟਿਕ ਟਿੱਪਾਂ ਸੀ। ਜੀ। ਅੱਛਾ ਉਸਤਾਦ ਜੀ, ਮੈਂ ਤੁਹਾਡੇ ਵੱਲ ਆਉਣਾ ਹੁਣ ਕਿ ਤੁਸੀਂ ਇਹ ਦੱਸੋ ਕਿ ਪੱਕੇ ਗੇੜੇ ਦਾ ਕਬੂਤਰ ਅਸੀਂ ਕਿਹਨੂੰ ਕਹਿੰਦੇ ਹਾਂ? ਜਿਹੜਾ ਮੇਰਾ ਮਸਕ ਹੈ ਘਰ ਦਾ ਪੱਕਾ ਕਬੂਤਰ। ਮਤਲਬ ਕਿ ਗੇੜੇ ਦੇ ਹਾਂ, ਵਿੱਚ ਗੇੜੇ ਕਿ ਦੇ ਅਸੀਂ ਵਿੱਚ। ਬਾਜ਼ੀ ਇੱਕ ਕਬੂਤਰ ਅਸੀਂ 7 ਸਿਲੈਕਟ ਕਰ ਲਿੱਤੇ ਬਾਜ਼ੀ 'ਚ। ਜੀ। ਠੀਕ ਹੈ, ਅਸੀਂ ਕਿਸ ਤਰ੍ਹਾਂ ਦੇ ਗੇੜੇ ਦਾ ਕਬੂਤਰ ਬਾਜ਼ੀ 'ਚ ਪਾਵਾਂਗੇ ਕਿ ਇਹ ਕਬੂਤਰ ਜਿਹੜਾ ਨਾ ਇਹਦੇ 100% ਚਾਂਸ ਘਰ ਆਏਗਾ, ਇਹ ਜ਼ਾਇਆ ਨਹੀਂ ਹੋਏਗਾ ਕਬੂਤਰ? ਇਹ ਜਿਹੜਾ ਗੋਲ ਗੇੜੇ ਦਾ ਕਬੂਤਰ ਹੈ ਨਾ, ਉਹ ਜ਼ਾਇਆ ਨਹੀਂ ਜਲਦੀ ਹੈ। ਗੋਲ ਗੇੜੇ ਦਾ ਗੋਲ ਕਬੂਤਰ। ਗੇੜੇ ਦਾ ਜਿਹੜਾ ਕਬੂਤਰ ਲੰਮਾ ਫਿਰਦਾ ਨਾ, ਉਹਦੇ ਚਾਂਸ ਘੱਟ ਹੁੰਦੇ। ਅਗਰ ਛਾਂ ਪੈ ਜਾਂਦੀ ਹੈ, ਉਹ ਲਾਮ ਫੜ ਲੈਂਦਾ ਠੀਕ ਹੈ, ਤੇ ਉਹ ਛੱਤ ਤੋਂ ਉੱਖੜ ਜਾਂਦਾ। ਠੀਕ ਹੈ। ਗੋਲ ਗੇੜੇ ਵਾਲਾ ਛੱਤ ਦੇ ਉੱਤੇ ਹੀ ਰਹੇਗਾ, ਉਹ ਐਸਾ ਹੀ ਲਗਾਏਗਾ। ਮਤਲਬ ਉਹਦੇ ਜ਼ਾਇਆ ਹੋਣ ਦੇ ਚਾਂਸ ਘੱਟ ਨੇ। ਘੱਟ ਨੇ। ਤੇ ਇਹ ਪਰਾਂ, ਇਹ ਕੁਆਲਿਟੀ ਉਹਦੇ ਪਰਾਂ 'ਚ ਹੁੰਦੀ ਹੈ ਕਿ ਹੱਡੀ 'ਚ ਹੁੰਦੀ ਹੈ? ਨਹੀਂ, ਪਰਾਂ ਦੇ ਵਿੱਚ ਗੋਲ ਪਰ ਦਾ ਕਬੂਤਰ ਹੁੰਦਾ। ਗੋਲ ਪਰ ਦਾ ਕਬੂਤਰ। ਜਿਹੜੇ ਲੰਮੇ ਤੀਲੀ ਦੇ ਕਬੂਤਰ ਨੇ ਨਾ, ਉਹ ਕਬੂਤਰਾਂ ਦੇ ਜਿਹਨਾਂ ਨਾਲ ਚਾਂਸ ਘੱਟ ਹੁੰਦੇ ਨੇ। ਅੱਛਾ ਉਸਤਾਦ ਜੀ, ਕੋਈ ਉਹ ਪਰ ਸਾਡੇ ਦੋਸਤਾਂ ਨੂੰ ਦਿਖਾਓਗੇ ਜਿਹੜਾ ਤੁਸੀਂ ਕਹਿ ਰਹੇ ਹੋ ਇੱਕ ਕਬੂਤਰ ਫਰਹਾਨ ਭਾਈ? ਹਾਂਜੀ, ਮੈਂ ਬਿਲਕੁਲ ਦਿਖਾਣਾ। ਮੈਂ ਇੱਕ ਛੋਟੀ ਗੱਲ ਵੀ ਕੰਟੀਨਿਊ ਹਾਂਜੀ, ਕਰਨਾ ਚਾਹਾਂਗਾ। ਤੁਸੀਂ ਉਸਤਾਦ ਜੀ ਨੂੰ ਪੁੱਛਿਆ ਸੀ, ਮੈਂ ਇਹਨਾਂ ਦਾ ਜੂਨੀਅਰ ਹਾਂ, ਬੜਾ ਹੀ ਜੂਨੀਅਰ ਹਾਂ। ਠੀਕ ਹੈ। ਮੇਰੀ ਕੋਈ ਵੈਲਿਊ ਨਹੀਂ ਇਹਨਾਂ ਉਸਤਾਦਾਂ ਦੇ ਸਾਹਮਣੇ। ਲੇਕਿਨ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ, ਤੁਸੀਂ ਉਸਤਾਦ ਕੋਲੋਂ ਪੁੱਛਿਆ ਇੱਕ ਅੱਛਾ ਕਬੂਤਰ ਕਿੰਨੇ ਵਜੇ ਤੱਕ ਉੱਡਦਾ ਹੈਗਾ? ਹਾਂਜੀ। ਠੀਕ ਹੈ। ਮੈਂ ਉਸ ਨੂੰ 2 ਕੈਟੇਗਰੀ 'ਚ ਤਕਸੀਮ ਕਰਨਾ ਵਾ। ਇੱਕ ਕਬੂਤਰ ਤੁਹਾਡਾ 12 ਤੋਂ ਲੈ ਕੇ 1-2 ਵਜੇ ਤੱਕ। ਠੀਕ ਹੈ। ਠੀਕ ਹੈ। ਇੱਕ ਕਬੂਤਰ ਬਜ਼ਾਤੇ ਖੁਦ ਜਿਹੜਾ 4-5-6 ਵਜੇ ਤੱਕ, ਉਹ ਸ਼ਾਮ ਤੱਕ ਵੀ ਚਲੇ ਜਾਂਦੇ ਨੇ। ਠੀਕ ਹੈ। ਠੀਕ ਹੈ। ਮੈਂ ਜਿਹਨੂੰ ਲਾਈਕ ਕਰਾਂਗਾ ਨਾ, ਮੈਂ ਆਪਣੀ ਗੱਲ ਕਰ ਰਿਹਾ। ਠੀਕ ਹੈ। ਮੈਂ ਜਿਹਨੂੰ ਲਾਈਕ ਕਰਾਂਗਾ, ਜਿਹੜਾ 1-2 ਵਜੇ ਤੱਕ ਕਬੂਤਰ ਬਹਿੰਦਾ, ਮੈਂ ਉਹਨੂੰ ਲਾਈਕ ਕਰਾਂਗਾ। ਠੀਕ ਹੈ। ਉਹਦੀ ਵਜ੍ਹਾ ਹੈ ਕਿ ਉਸ ਕਬੂਤਰ ਨੇ ਟਾਈਮ ਨਾਲ ਨਿਕਲ ਆਣਾ ਹੈ। ਠੀਕ। ਉਹਨੂੰ ਤੁਸੀਂ ਹਲਕਾ ਜਿਹਾ ਛੇੜਨਾ ਹੈ, ਚਾਹੇ ਤੁਸੀਂ ਮੈਡੀਸਨ ਨਾਲ ਛੇੜੋ, ਚਾਹੇ ਤੁਸੀਂ ਉਹਨੂੰ ਗਰਮ ਪਾਣੀ ਦੇ ਦਿਓ, ਜੋ ਵੀ ਤੁਹਾਡਾ ਨੁਸਖਾ ਹੈਗਾ, ਵਟਐਵਰ। ਉਸ ਕਬੂਤਰ ਨੂੰ ਤੁਸੀਂ 4-5 ਵਜੇ ਤੱਕ ਖੁਦ ਲੈ ਕੇ ਆਣਾ ਹੈਗਾ। ਠੀਕ ਹੈ। ਉਹ ਕਬੂਤਰ ਜ਼ਿਆਦਾ ਪੋਕਟ ਹੋਏਗਾ ਘਰ ਆਉਣ ਦਾ, ਜਿੱਥੋਂ ਤੱਕ ਮੈਂ ਸਮਝਦਾ ਵਾਂ। ਠੀਕ ਹੈ। ਜਿੱਥੇ ਮੌਸਮ ਤੁਹਾਡਾ ਹਲਕਾ ਨਰਮ ਵੀ ਹੋ ਗਿਆ, ਉਸ ਕਬੂਤਰ ਨੇ ਅਗਰ ਪ੍ਰਵਾਸ ਥੋੜੀ ਵਧਾ ਵੀ ਲਈ, ਲੇਕਿਨ ਚਾਂਸ ਜ਼ਿਆਦਾ ਨੇ ਘਰ ਆਉਣ ਦੇ ਬਨਿਸਬਤ ਉਹਦੇ ਜਿਹੜਾ ਖੁਦ 6 ਵਜੇ ਬਹਿ ਰਿਹਾ। ਠੀਕ ਹੈ। ਮੌਸਮ ਨਰਮ ਹੋਇਆ, ਉਹ ਰਾਤ ਰਹਿ ਗਿਆ। ਠੀਕ ਹੋ ਠੀਕ ਹੈ। ਕਬੂਤਰ ਦੀ ਫਿਟਨੈਸ ਨੂੰ ਫੋਲੋ ਕਰਨਾ ਹੈ, ਜੋ ਮੈਂ ਆਪਣੇ ਉਸਤਾਦ ਕੋਲ ਸਿੱਖਿਆ, ਜੋ ਮੈਂ ਉਸਤਾਦ ਇਲਿਆਸ ਟੋਨੀ ਕੋਲ ਵੀ ਸਿੱਖਿਆ ਹੈਗਾ ਬਿਲਕੁਲ ਕਿ ਕਬੂਤਰ ਨੂੰ ਆਪਣੀ ਪਾਵਰ 'ਚ ਰੱਖੋ, ਪਾਵਰ ਉਹਦੀ ਖੁਰਾਕ ਅੱਛੀ ਰੱਖੋ, ਔਰ ਉਹਨੂੰ ਖੁਰਾਕ ਦੇਣ ਦਾ ਅਮਲ ਜਦੋਂ ਸ਼ੁਰੂ ਕਰੋ, ਥੋੜੀ ਤਾਂ ਕਰੋ, ਹਾਜ਼ਮੇ ਵਾਲਾ ਪਾਣੀ ਦਿਓ। ਜਦੋਂ ਉਹ ਰੂਟੀਨ ਫੜ ਲੇ, ਉਹਨੂੰ ਖੁਰਾਕ ਉਹਦੀ ਚੱਲ ਸੋ ਚੱਲ। ਠੀਕ ਹੈ। ਜਿਹੜੇ ਅਸੀਂ ਰੋਟੀ ਪਾਉਂਦੇ ਹਾਂ, ਉਸ ਰੋਟੀ ਤੇ ਰੱਖਦੇ ਹਾਂ, ਉਹਨੂੰ ਆਪਣੀ ਫਿਟਨੈਸ 'ਚ ਰੱਖਣਾ ਹੈ। ਠੀਕ। ਮੁਹਤਾਜ ਨਹੀਂ ਹੈਗਾ ਕਬੂਤਰ ਕਿਸੇ ਵੀ ਮੈਡੀਸਨ ਦਾ, ਜੋ ਅਸੀਂ ਸਮਝਦੇ ਹਾਂ। ਕੋਈ ਪਾਣੀ ਦਾ ਮੁਹਤਾਜ ਨਹੀਂ, ਕਿਸੇ ਚੀਜ਼ ਦਾ ਮੁਹਤਾਜ ਨਹੀਂ ਹੈ। ਜਿਹੜਾ 12-1 ਵਜੇ ਵਾਲਾ ਕਬੂਤਰ ਸਿਰਫ ਉਹ ਥੋੜਾ ਤੁਹਾਡਾ ਮੁਹਤਾਜ ਹੈ, ਤੁਹਾਡੇ ਹੱਥ ਦਾ। ਠੀਕ ਹੈ। ਬਿਲਕੁਲ ਠੀਕ ਹੋ। ਕਬੂਤਰ ਦਿਖਾਣਾ ਵਾ। ਠੀਕ ਹੈ। ਅੱਛਾ ਉਸਤਾਦ ਜੀ, ਮੇਰਾ ਇੱਕ ਕੁਐਸਚਨ ਤੁਹਾਡੇ ਨਾਲ ਹੋਰ ਹੈ। ਕਬੂਤਰ ਬੈਠਾ ਟੈਂਪਰੇਚਰ 'ਚ, ਵਿਸਾਖ ਤੇ ਜੇਠ ਤਕਰੀਬਨ ਕਬੂਤਰਬਾਜ਼ੀ ਵਾਲੇ ਮੌਸਮ ਨੇ, ਠੀਕ ਹੈ ਨਾ, ਕਿੰਨੀ ਦੇਰ ਬਾਅਦ ਕਬੂਤਰ ਨੂੰ ਆਪਣੇ ਵੇਟ ਵਿੱਚ ਆ ਜਾਣਾ ਚਾਹੀਦਾ ਕਿ ਇਹ ਸਾਡਾ ਕਬੂਤਰ ਜਿਹੜਾ ਨਾ ਵੇਟ ਵਿੱਚ ਆ ਗਿਆ ਤੇ ਹੁਣ ਇਹ ਕੰਮ ਕਰੇਗਾ? ਮਸਲਾ ਹੈਗਾ ਜਿਹੜੇ ਕਬੂਤਰ ਦੂਰੇ ਪਿੰਡੇ ਤੇ ਨੇ ਨਾ, ਬੇਸਿਕਲੀ ਥੋੜੇ ਜਿਹੇ ਜਿਹੜੇ ਹੈਲਦੀ ਕਬੂਤਰ ਹੁੰਦੇ ਨੇ ਨਾ, ਉਹਨਾਂ ਦੇ ਪੋਟ ਜ਼ਿਆਦਾ ਅੱਛੇ ਚੱਲਦੇ ਨੇ, ਇਸ ਵਾਸਤੇ ਥੋੜੇ ਹੈਲਦੀ ਹੁੰਦੇ ਨੇ, ਉਹ ਖਾਂਦੇ ਅੱਛਾ ਨੇ, ਉਹ ਜਲਦੀ ਹਜ਼ਮ ਕਰਦੇ ਨੇ। ਠੀਕ ਹੋ ਗਿਆ। ਠੀਕ ਹੈ। ਇਹਨਾਂ ਦੀ ਇੱਕ ਡਿਫਰੈਂਸ ਹੁੰਦੀ। ਜਿਹੜਾ ਤੁਹਾਡਾ ਥੋੜਾ ਸਲਿਮ ਕਬੂਤਰ ਹੁੰਦਾ, ਉਹ ਸਲਿਮ ਇਸ ਵਾਸਤੇ ਉਹਨੇ ਖਾਣਾ ਵੀ ਨਾਰਮਲ ਹੈ। ਠੀਕ ਹੈ। ਉਹਦਾ ਹਾਜ਼ਮਾ ਵੀ ਉਸ ਦੇ ਮੁਤਾਬਿਕ ਹੈਗਾ। ਅੱਛਾ ਉਸਤਾਦ ਜੀ, ਇੱਕ ਕੁਐਸਚਨ ਹੋ ਰਿਹਾ ਤੁਹਾਡੇ ਨਾਲ। ਕਬੂਤਰ
ਫੜਕਾਂ 'ਚ ਲਾ ਕੇ ਖੁਰਾਕ ਲਾਤੀ, ਜੀ। ਠੀਕ ਹੈ। ਫੜਕਾਂ 'ਚ ਅਸੀਂ ਸਾਈਡ ਤੇ ਕਬੂਤਰ ਕੱਢ ਲਿੱਤੇ ਬਾਜ਼ੀਆਂ ਵਾਸਤੇ, ਹਾਂਜੀ ਠੀਕ ਹੈ। ਠੀਕ ਹੈ। 7 ਕੱਢੇ, 10 ਕੱਢੇ, ਹਾਂ, ਜਿੰਨੇ ਵੀ 15 ਕੱਢੇ, ਬਿਲਕੁਲ। ਉਹ ਕਬੂਤਰ ਅਸੀਂ ਖੁਰਾਕ ਦੇਣਾ ਸ਼ੁਰੂ ਕਰਨੇ ਆ ਨਾ, ਅਸੀਂ 2-2 ਗੋਲੀਆਂ ਦੇ ਕੇ ਉਹਨਾਂ ਨੂੰ ਆਗਾਜ਼ ਹੁੰਦਾ ਲੈਂਦੇ ਆ, ਠੀਕ ਹੈ, ਤਾਂ ਕਿ ਕਬੂਤਰ ਉਹਨੂੰ ਆਪਣੀ ਬਾਡੀ ਦੇ ਅੰਦਰ ਐਡਜਸਟ ਕਰੇ, ਐਡਜਸਟ ਕਿਉਂਕਿ ਉਹਨੂੰ ਪੂਰਾ ਸਾਲ ਉਹਨੇ ਨਾ ਖੁਰਾਕ ਨਹੀਂ ਖਾਧੀ ਹੁੰਦੀ, ਉਹਨੇ ਦਾਣੇ ਤੇ ਚੱਲਣਾ ਹੁੰਦਾ ਹੈ। ਠੀਕ ਹੈ। ਜਦੋਂ ਉਹਦੀ ਖੁਰਾਕ ਸਟਾਰਟ ਹੁੰਦੀ ਹੈ, ਸਮਝੋ ਉਹਦੇ ਵਾਸਤੇ ਇੱਕ ਨਿਊ ਡਾਈਟ ਆ ਗਈ। ਜਦ ਨਿਊ ਡਾਈਟ ਆਈ ਤਾਂ ਉਹਨੂੰ ਐਡਜਸਟ ਕਰਨਾ ਆਪਣੀ ਬਾਡੀ ਦੇ ਅੰਦਰ। ਬਿਲਕੁਲ ਸਹੀ, ਅਸੀਂ 2-2 ਗੋਲੀਆਂ ਦੇ ਕੇ ਉਹਦਾ ਆਗਾਜ਼ ਕਰਨੇ ਆ। ਠੀਕ। ਜਬ ਐਡਜਸਟ ਕਰਨਾ ਸ਼ੁਰੂ ਕਰਦਾ ਹੈ 2 ਦਿਨ 3 ਦਿਨ 'ਚ ਸਟਾਰਟ ਹੋਈਏਗਾ, 4 ਗੋਲੀਆਂ ਤੇ ਆ ਗਏ, ਠੀਕ। ਫਿਰ ਇਸ ਤਰ੍ਹਾਂ ਆਪਣੀ ਤਾਦਾਦ ਵਧਾਉਂਦੇ ਐਜ਼ ਪਰ ਉਹਦੇ ਹਾਜ਼ਮੇ ਦੇ ਲੈ ਕੇ ਚੱਲਣਾ ਹੁੰਦਾ ਹੈ। ਠੀਕ ਹੋ ਗਿਆ। ਸੁਬਹ ਬਾਜ਼ੀ ਹੈ, ਠੀਕ ਹੈ। ਸੁਬਹ ਅਸੀਂ ਉਡਾਣੇ ਨੇ ਕਬੂਤਰ, ਰੈਸ਼ ਹੋ ਗਈ ਰਾਤ ਨੂੰ, ਕਬੂਤਰ ਨੇ ਨਹੀਂ ਪੋਟ ਖਿੱਚੀ, ਤੇ ਉਹਦਾ ਕੀ ਹੱਲ ਹੈ? ਪਲਟਾਓਗੇ ਪੋਟ, ਕੀ ਕਰੋਗੇ ਕਿ ਉਂਝ ਹੀ ਉਡਾ ਦੋਗੇ? 4 ਵਜੇ ਉੱਠ ਕੇ ਉਹਨੂੰ ਪਾਣੀ ਦੇ ਦੇਣਾ, ਠੀਕ ਹੈ। ਠੀਕ ਹੈ। ਜੇ ਥੋੜੀ ਬਹੁਤੀ ਰਹਿ ਵੀ ਗਈ ਹੈ ਤੇ ਉਹ ਲੈ ਕੇ ਉੱਡ ਜਾਏਗਾ, ਲੈ ਕੇ ਉੜ ਜਾਏਗਾ। ਮਤਲਬ ਇਹਦੇ 'ਚ ਸੋਸ਼ਲ ਮੀਡੀਆ ਤੇ ਵੀ ਡਿਬੇਟ ਹੈਗੀ ਹੈ ਥੋੜੀ ਬਹੁਤ। ਅਸੀਂ ਮਤਲਬ ਕਿਸੇ ਦੀ ਗੱਲ ਨਹੀਂ ਕਰਨੀ, ਅਸੀਂ ਆਪਣੀ ਗੱਲ ਕਰਨੀ ਹੈ ਕਿ ਅਕਸਰ ਕਹਿੰਦੇ ਨੇ ਕਿ ਰੈਸ਼ ਜਿਹੜੀ ਹੈ ਨਾ, ਕਈ ਦੇ ਕੇ ਉਡਾਉਂਦੇ ਵੀ ਨੇ ਤੇ ਕਈ ਪੋਟ ਪਲਟਾ ਦਿੰਦੇ ਨੇ, ਤੇ ਇਹਦਾ ਫਾਇਦਾ ਤੇ ਨੁਕਸਾਨ ਥੋੜਾ ਜਿਹਾ ਸਾਡੇ ਦੋਸਤਾਂ ਨੂੰ ਦੱਸੋ ਕਿ ਪਲਟਾਣੀ ਚਾਹੀਦੀ ਹੈ ਕਿ ਨਹੀਂ? ਮੇਰੇ ਹਿਸਾਬ ਨਾਲ ਤਾਂ ਨਹੀਂ ਪਲਟਾਣੀ। ਮੈਂ ਤੇ 40 ਸਾਲ ਹੋ ਗਏ, ਮੈਂ ਤੇ ਕਦੀ ਨਹੀਂ ਪਲਟਾਈ, ਕਦੀ ਨਹੀਂ ਪਲਟਾਈ। ਕਦੀ ਨਹੀਂ ਪਲਟਾਈ। ਠੀਕ ਹੋ ਗਿਆ। ਲੇਕਿਨ ਮੈਨੂੰ ਥੋੜਾ ਮੌਕਾ ਦੇਣਾ ਇਸ ਇਹ ਗੱਲ ਹੈ ਕਿ ਜਿਹੜੇ ਪਲਟਾਉਂਦੇ ਨੇ, ਦੇਖੋ ਜਿਸ ਤਰ੍ਹਾਂ ਇਨਸਾਨ ਨੂੰ ਮੋਸ਼ਨ ਲੱਗ ਜਾਂਦੇ ਨਾ, ਇਹ ਕਬੂਤਰ ਦਾ ਵੀ ਉਹ ਹਾਲ ਹੈ। ਕਬੂਤਰ ਦਾ ਵੀ ਪੋਟਾ ਪਲਟਾਓ ਤੇ ਨੁਕਸਾਨ ਵੀ ਹੋ ਸਕਦਾ ਤੇ ਕਿਸੇ ਟਾਈਮ ਫਾਇਦਾ ਵੀ ਹੋ ਜਾਂਦਾ। ਠੀਕ ਹੈ। ਕਬੂਤਰ ਕੱਟ ਵੀ ਸਕਦਾ ਉੱਤੋਂ ਇਸ ਤਰ੍ਹਾਂ? ਉਹੀ ਤਾਂ ਤੁਹਾਨੂੰ ਦੱਸਿਆ ਨਾ, ਜਾਂ ਜਲਦੀ ਬਹਿ ਜਾਏਗਾ ਜਾਂ ਹੁਣ ਆਪਣਾ ਉੱਤੋਂ ਨਹੀਂ ਆਏਗਾ ਕਬੂਤਰ। ਠੀਕ ਹੋ ਗਿਆ। ਲੇਕਿਨ ਇਹ ਹੈਗਾ ਕਿ ਜਿਸ ਤਰ੍ਹਾਂ ਕਬੂਤਰ ਹੈ ਨਾ, ਇਹਨੂੰ ਤੁਸੀਂ ਦਾਣਾ ਹੀ ਨਾਰਮਲ ਆਪਣਾ ਰੱਖੋ। ਤੁਹਾਨੂੰ ਟਾਈਮ ਹੋਣਾ ਚਾਹੀਦਾ ਵੀ ਇਸ ਟਾਈਮ ਦਾਣਾ ਪਾਓਗੇ, ਇਸ ਟਾਈਮ ਕਬੂਤਰ ਹੋਗਾ। ਮੇਰਾ ਅਕਸਰ ਕਬੂਤਰ 4 ਵਜੇ ਤੱਕ ਵਿਹਲਾ ਹੋਇਆ ਹੁੰਦਾ, ਵਿਹਲਾ ਹੋਇਆ ਹੁੰਦਾ। ਵਿਹਲਾ ਹੋਇਆ ਹੁੰਦਾ। ਹਾਂ, ਫਿਰ ਉਸ ਤੋਂ ਬਾਅਦ ਵੀ ਵਜੂਦ 5 ਦੀ ਪਾਣੀ ਦੇਣਾ ਹੁੰਦਾ ਠੀਕ ਕਿ ਹੈ। ਜਿਹੜੀ ਥੋੜੀ ਬਹੁਤੀ ਤਲਖੀ ਹੈ ਨਾ ਕਬੂਤਰ ਦੀ ਖਤਮ ਹੋਈ ਹੈ। ਠੀਕ ਤੇ ਹੈ। ਇਨਸ਼ਾਅੱਲਾ ਡਾ ਦਿਓ ਕਬੂਤਰ ਘਰ। ਕਬੂਤਰ ਦਾ ਪਾਣੀ ਪੂਰਾ ਰੱਖੋਗੇ, ਕਬੂਤਰ ਜ਼ਾਇਆ ਨਹੀਂ ਹੋਏਗਾ। ਜ਼ਾਇਆ ਨਹੀਂ ਹੋਏਗਾ। ਤੇ ਜਿਹੜਾ ਇਨਸਾਨ ਕਬੂਤਰ ਦਾ ਪਾਣੀ ਨਹੀਂ ਨਾ ਪੂਰਾ ਕਰ ਸਕਦਾ, ਉਹ ਕਬੂਤਰ ਉੱਡ ਵੀ ਨਹੀਂ ਸਕਦਾ ਤੇ ਜ਼ਾਇਆ ਹੋਣ ਦੇ ਚਾਂਸ ਜ਼ਿਆਦਾ ਹੁੰਦੇ। ਠੀਕ ਹੋ ਗਿਆ। ਅੱਛਾ ਉਸਤਾਦ ਜੀ, ਤਲਖੀ ਦਾ ਕਿਵੇਂ ਪਤਾ ਚੱਲਦਾ ਕਬੂਤਰ ਤਲਖ ਹੋ ਗਿਆ? ਤਲਖ ਵੇਖੋ, ਤੁਸੀਂ ਰਾਤ ਨੂੰ ਵੀ ਰੋਟੀ ਖਾ ਲੈਂਦੇ ਜੀ, ਠੀਕ। ਤੁਸੀਂ ਬਾਹਰ ਵਾਕ ਕਰਨ ਨਹੀਂ ਜਾਂਦੇ ਜੀ, ਉਸ ਤਰ੍ਹਾਂ ਹੀ ਸੌਂ ਜਾਂਦੇ। ਤੁਹਾਨੂੰ ਮੇਰਾ ਮਤਲਬ ਖੱਟੇ ਟੁਕੜੇ ਹਾਂ ਬਿਲਕੁਲ ਬਿਲਕੁਲ। ਇਹ ਜਾਨਵਰ ਦਾ ਵੀ ਹਾਲ ਹੈ। ਠੀਕ ਹੋ ਗਿਆ। ਜਾਨਵਰ ਨੂੰ ਉਹਨਾਂ 'ਚ ਰੱਖੋ, ਤੁਹਾਨੂੰ ਪਤਾ ਹੋਣਾ ਚਾਹੀਦਾ ਇੰਨਾ ਵੀ ਦਾਣਾ ਪਾਵਾਂਗੇ 4 ਵਜੇ ਕਬੂਤਰ ਵਿਹਲਾ ਹੋ ਜਾਏਗਾ। ਉੱਠ ਕੇ 5 ਸੀ ਪਾਣੀ ਦੇ ਦਿਓ, 5 ਵਜੇ ਦਾਣਾ ਜਾਂ 5:30 ਦਾਣਾ, ਤੇ ਉਹਨਾਂ 'ਚ ਉਹ ਤਲਖੀ ਖਤਮ ਹੋ जाएगी। ठीक हो गया। लो फरहान भाई, आप जौन साहब बताएं इसके बारे में। मैं फिर वही गल करांगा, मैं बहुत जूनियर मैं माजरत नाल मैं कोई मशवरा देने के काबिल नहीं गा, मैं हाले स्टूडेंट हाँ, खुद सीख रहा वा। लेकिन मैं रैश नूं ना 2 कैटेगरी 'ਚ तकसीम करना वा। एक हार्ड रैश होंदी है, एक सॉफ्ट रैश होंदी है। हार्ड रैश की है, तुसी हार्ड दाना पाते हो जिंदे 'ਚ ਤੁਹਾਡਾ ਇਹ ਦਾਣਾ ਰੈਗੂਲਰ, ਜਿਵੇਂ ਚਨੇ ਨੇ, ਗੰਦਮ ਹੈ, ਬਾਜਰਾ ਬਹੁਤ ਲੇਟ ਹਜ਼ਮ ਹੁੰਦਾ ਹੈ, ਚਨੇ ਵੀ ਟਾਈਮ ਲੈਂਦੇ ਨੇ, ਗੰਦਮ ਹੋ ਜਾਂਦੀ ਹਜ਼ਮ ਗਿੱਲੀ ਹੋ ਕੇ। ਜਿਹੜਾ ਅਸੀਂ ਉਡਾਉਂਦੇ ਹਾਂ ਕਬੂਤਰ, ਔਰ ਅਸੀਂ ਆਪਣਾ ਕਬੂਤਰ ਨਹੀਂ ਪਲਟਾਉਂਦੇ, ਉਹਦੀ ਵਜ੍ਹਾ ਇਹ ਹੈਗੀ ਹੈ ਕਿ ਅਸੀਂ ਉਹਨੂੰ ਰੋਟੀ ਦੇਣੀ ਹੁੰਦੀ ਹੈ। ਰੋਟੀ ਹੈਗੀ ਹੈ ਸੌਫਟ ਰੈਸ਼, ਔਰ ਉਹਦੇ ਅੰਦਰ ਸਭ ਦੇਸੀ ਚੀਜ਼ਾਂ ਯੂਜ਼ ਹੁੰਦੀਆਂ ਨੇ, ਚਾਹੇ ਮੱਖਣ ਹੋਏ, ਚਾਹੇ ਦੇਸੀ ਘਿਓ ਹੋਏ, ਜੋ ਵੀ ਹੈ, ਉਹ ਤੁਹਾਡੀ ਸਟਮਕ ਨੂੰ ਡਿਸਟਰਬ ਨਹੀਂ ਕਰੇਗੀ, ਔਰ ਉਹਨੇ ਜਲਦੀ ਹਜ਼ਮ ਹੋ ਜਾਣਾ ਹੈ। ਅਗਰ ਉਹ ਥੋੜੀ ਬਹੁਤ ਰੈਸ਼ ਰਹਿ ਵੀ ਜਾਂਦੀ ਹੈ, ਤੁਸੀਂ ਸਵੇਰ ਉੱਠ ਕੇ 2 ਵਜੇ 3 ਵਜੇ 4 ਵਜੇ ਪਾਣੀ ਦੇ ਦਿਓ। ਕਬੂਤਰ ਉਡਾਉਣ ਤੋਂ ਅੱਧਾ ਪੌਣਾ ਘੰਟਾ ਪਹਿਲੇ ਫਿਰ ਪਾਣੀ ਦੇ ਦਿਓ। ਉਮੀਦ ਹੈ ਕਿ ਜਦ ਕਬੂਤਰ ਉੜਦਾ ਹੈ ਨਾ, ਕੁਝ ਘੰਟੇ 'ਚ ਰੈਸ਼ ਹਜ਼ਮ ਹੋ ਜਾਂਦੀ ਹੈ, ਕਬੂਤਰ ਅੱਛਾ ਉੜ ਕੇ ਆਉਂਦਾ। ਅੱਛਾ ਉੜ ਕੇ। ਜਿਹੜੀ ਤੁਹਾਡੀ ਹਾਰਡ ਰੈਸ਼ ਹੁੰਦੀ ਹੈ ਨਾ, ਉਹ ਤੁਹਾਡੀ ਬਾਡੀ ਦੇ ਅੰਦਰ ਐਸਿਡਿਟੀ ਕ੍ਰੀਏਟ ਕਰਦੀ ਹੈ। ਜਦੋਂ ਬਾਡੀ ਦੇ ਅੰਦਰ ਕਬੂਤਰਾਂ ਦੀ ਐਸਿਡਿਟੀ ਕ੍ਰੀਏਟ ਹੋਏਗੀ ਔਰ ਹਾਰਡਨੈਸ ਆ ਜਾਏਗੀ, ਉਹਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਡਿੱਗਣ ਦੇ। ਠੀਕ ਹੈ, ਜਿੰਦੀ ਵਜ੍ਹਾ ਤੋਂ ਉਹ ਰੈਸ਼ ਨੂੰ ਬਰਦਾਸ਼ਤ ਨਹੀਂ ਕਰਦਾ। ਉਹ ਸੋਨੇ ਤੇ ਸੁਹਾਗਾ ਕਹਿ ਲਓ, ਇੰਨਾ ਬੇਵਕੂਫ ਕਬੂਤਰਬਾਜ਼ਾਂ ਦੇ ਮੈਂ ਮਾਜ਼ਰਤ ਨਾਲ, ਜਿਹੜਾ ਉੱਤੋਂ ਫਿਰ ਮੈਡੀਸਨ ਵੀ ਦੇ ਦਿੰਦੇ ਨੇ। ਰੈਸ਼ ਵੀ ਇਹ ਮੈਡੀਸਨ ਵੀ ਦੇਤੀ, ਕਬੂਤਰ ਦਾ ਕੀ ਬਣਨਾ ਹੈ? ਅੰਦਰ ਜ਼ਹਿਰ ਤਿਆਰ ਹੋ ਜਾਏਗਾ, ਕਬੂਤਰ ਆਟੋਮੈਟਿਕਲੀ ਡਿੱਗੇਗਾ, ਜਿੰਨਾ ਮਰਜ਼ੀ ਨੂੰ ਪਾਣੀ ਪਿਆ ਕੇ ਉਡਾ ਦੋ। ਮੈਂ 2 ਕੈਟੇਗਰੀ ਤਕਸੀਮ ਕਰਦਾ। ਅੱਛਾ ਫਰਹਾਨ ਭਾਈ, ਇੱਕ ਚੀਜ਼ ਹੋਰ ਦੱਸ ਦਿਓ, ਜੋ ਜ਼ਾਹਿਰ ਹੈ ਕਿ ਜਿਹੜੇ ਨਵੇਂ ਕਬੂਤਰ ਪਰਵਰ ਨਾ, ਇਹਨਾਂ ਵਾਸਤੇ ਨਾ ਥੋੜੀ ਮੁਸ਼ਕਲ ਹੁੰਦੀ ਹੈ ਇੱਕ ਚੀਜ਼। ਇਹ ਕਬੂਤਰ ਅਸੀਂ ਇੱਕ ਪਰਾਠਾ ਰੋਟੀ ਤਿਆਰ ਕੀਤੀ, ਉਹਦੇ 'ਚ ਕਿੰਨਾ ਕੁ ਮਤਲਬ ਕਿ ਮੱਖਣ ਜਾਂ ਦੇਸੀ ਘਿਓ ਪਾਉਂਦੇ ਹੋ ਤਾਂ ਕਿ ਉਹ ਵੀ ਜਿਹੜਾ ਨਾ ਆਸਾਨੀ ਨਾਲ ਆਪਣੇ ਕਬੂਤਰਾਂ ਨੂੰ ਪਾ ਸਕੇ? ਕੋਈ ਤਕਰੀਬਨ 7-8 ਕਬੂਤਰਾਂ ਵਾਸਤੇ ਅਗਰ ਰੋਟੀ ਤਿਆਰ ਕਰ ਰਹੇ ਹਾਂ ਨਾ, ਤੇ 1 ਵੱਡਾ ਚਮਚ ਮੱਖਣ ਦਾ ਪਲੱਸ ਮੋਰ ਦੈਨ ਇਨਫ ਬਹੁਤ ਹੁੰਦਾ ਹੈ।
ठीक ठीक हो है थोड़े कबूतर ज़्यादा हो गए ने या ਅਸੀਂ देखना रोटी की सख्ती और नरमी ਨੂੰ बेसिकली नरम करना पैंदा है अगर नरम नहीं होया तो अद्धा चमचा और पा लिया ਉਹਨੂੰ ਗੂੰਦ ਲਿਆ ਗੂੰਦ ਕੇ ਉਹਦੀ ਨਰਮੀ ਦੇਖਣੀ ਹੁੰਦੀ ਹੈ ठीक है ਉਹ ਤਾਂ ਪ੍ਰੈਕਟੀਕਲ ਕਰਨ ਤੋਂ ਬਾਅਦ ਹੀ ਪਤਾ ਪਤਾ ਚੱਲਦਾ ਹੈ ਕਿ ਰੋਟੀ ਕਿੰਨੀ ਨਰਮ ਹੋਣੀ ਹੈ ठीक ਠੀਕ ਹੈ ਗੂੰਦੇ ਪੇੜਾ ਜਿਹੜਾ ਹੁੰਦਾ ਸਾਡਾ पेड़ा है ਤੇ ਉਸ ਦੇ ਮੁਤਾਬਿਕ ਚੱਲਣਾ ਪੈਂਦਾ ਉਸ 1 ਦੇ ਤੋਂ ਮੁਤਾਬਿਕ। 1.5 ਚਮਚ ਇਸ ਇਨਫ एक तो 1.5 चम्मच 7 ਤੋਂ 8 ਕਬੂਤਰਾਂ ਵਾਸਤੇ ਜਾਂ 10 ਕਬੂਤਰਾਂ ਵਾਸਤੇ ਇਹ ਮੈਕਸਿਮਮ ਠੀਕ। ਸਹੀ ਕਹਿ ਰਿਹਾ ਸਾਜ ਜੀ ਗਲਤ ਬਿਲਕੁਲ ਅੱਛਾ ਉਸਤਾਦ ਜੀ ਜਦੋਂ ਅਸੀਂ ਫੜਕ ਲੈਨੇ ਆ ਪੱਕੀ ਜੀ ਠੀਕ ਹੈ ਆ ਜੁਮੇ ਨੂੰ ਵੀ ਅਸੀਂ ਜਿਹੜਾ ਨਾ ਹਲਕੀ ਜੀ ਆਖਰੀ ਜਿਹੜੀ ਫੜਕ ਹੁੰਦੀ ਹੈ ਉਹ ਜੁਮੇ ਦੀ ਹੁੰਦੀ ਹੈ ਬਿਲਕੁਲ। ਟਾਂਗ ਕੇ ਤੇ ਕਈ ਖੁੱਲਾ ਵੀ ਉਡਾਉਂਦੇ ਨੇ ਕਈ ਟਾਂਗ ਕੇ ਉਡਾਉਂਦੇ ਨੇ ਇਹਨਾਂ ਦੋਨਾਂ ਦੇ ਵਿੱਚ ਕੀ ਮਤਲਬ ਕਿ ਜ਼ਿਆਦਾ ਬਿਹਤਰ ਹੈਗਾ ਕਿ ਖੁੱਲਾ ਉਡਾਓ ਜਾਂ ਟਾਂਗ ਕੇ ਗੇੜੇ ਮਰਵਾ ਲਓ ਕੋਈ 10 ਮਿੰਟ ਫੇਰ ਦਿੰਦੇ ਨੇ ਟਾਂਗ ਕੇ ਕੋਈ 20 ਮਿੰਟ ਫੇਰ ਦਿੰਦੇ ਹਵਾ ਕੱਢਦੇ ਨੇ ਤੇ ਉਹਦੇ ਚ ਕੀ ਅੱਛਾ ਬੱਚੇ ਫਾਇਦਾ ਹੈਗਾ ਲੇਕਿਨ ਇਹ ਹੈਗਾ ਕਿ ਜਿਹੜੇ ਹੁੰਦੇ ਨਾ ਤੁਹਾਨੂੰ ਅੱਗੇ ਦੂਰੇ ਪਿੰਡੇ ਦਾ ਜਿਹੜਾ ਕਬੂਤਰ ਹੁੰਦਾ ਹਾਂ ਉਹ ਮੇਰਾ ਮਤਲਬ ਕਿ ਡੱਕਡਾਰ ਤੇ ਉੜਦਾ ਹੈ। ਡੱਕ ਡਾਰ ਤੇ ਤੇ ਉੱਡਦਾ। ਜਿਹੜਾ ਸਰਿੰਗ ਹੁੰਦਾ ਕਬੂਤਰ ਉਹਨੂੰ ਟਾਂਗ ਕੇ ਡਾਉਣਾ ਪੈਂਦਾ ਕਿ ਜ਼ਿਆਦਾ ਨਾ ਉੜ ਜਾਏ ਜ਼ਿਆਦਾ ਇਹ ਨਾ ਉੜ। ਅੱਗੋਂ ਮੇਰਾ ਮਤਲਬ ਕਿ ਘੰਟਾ ਉੱਡੇ 1.5 ਘੰਟਾ ਉੱਡ ਕੇ ਘਰ ਆ ਜਾਵੇ ਠੀਕ ਅੱਗੋਂ ਦੀ ਸੇਵਾ ਕਰੋ ਫਿਰ ਇਹਨੂੰ ਅੱਗੋਂ ਹਫਤੇ ਦੀ ਤਿਆਰੀ ਦਿਓ ਇਨਸ਼ਾਅੱਲਾ ਉਹ 4-5 ਵਜੇ ਤੱਕ ਜਾਣਗੇ ਮਤਲਬ ਹਾਂ। ਠੀਕ ਹੋ ਗਿਆ ਬੋਲੋ ਜਿਹੜਾ ਤੁਸੀਂ। ਕਬੂਤਰ ਡੱਕਡਾਰ ਤੇ ਡਾਣਾ ਹੁੰਦਾ ਨਾ ਉਹ ਦੂਰੇ ਪਿੰਡ ਦਾ ਕਬੂਤਰ ਨੂੰ ਡੱਕਡਾਰ ਤੇ ਡਾ ਲਓ ਅੱਜ ਮਿਸਾਲ ਜੁਮਾ ਹੈ, ਉਹਨੂੰ ਤੁਸੀਂ ਡਾਇਆ ਉਹ 12 ਵਜੇ ਬਹਿ ਗਿਆ ਅੱਗੋਂ ਜਦੋਂ ਤਿਆਰੀ ਕਰਾਂਗੇ ਇਨਸ਼ਾਅੱਲਾ 3-4 ਵਜੇ ਤੱਕ ਚਲਾ ਜਾ ਚਲਾ ਜਾਏਗਾ ਬਿਲਕੁਲ ਠੀਕ ਹੋ ਗਿਆ मतलब कि यह कबूतर ਦੇ जिस्म ਤੇ डिपेंड करता है कि टांग के उड़ाना कि खोल के ਖੋਲ उड़ाना ਕੇ ਡਾਣਾ ਹਾਂਜੀ ले जी दोस्तों ये भी चीज़ क्लियर हो गई है अब मैं उस फरहान भाई से रिक्वेस्ट करूंगा वो जो पक्के गेड़े गोल गेड़े का कबूतर है ना वो पर हमारे दोस्तों को दिखा दें अच्छा और इसको हम दूसरी वीडियो बना लें इसकी कि नहीं नहीं थोड़ी सी इस पे बना लेते हैं 2-3 कबूतर अगला पार्ट में जोड़ों के कबूतरों पे मैं वो गुफ्तगू गोल वाले कबूतर पे आपको दिखाता हूँ इस पे एक छोटा सा मेरा भी मुशाहिदा है वो हम करें मैं वो अपना एक्सपीरियंस शेयर कर दूँ उसके साथ ज़ाहिरी करें आप दोस्तों के अच्छा, नॉलेज होने एक आप देखें हमारे उस्ताद कराम जितने भी हैं वो ये कहते हैं जो गोल या चौड़े परों का कबूतर है आगे से गुलाई वो गोल उड़ता है ठीक है ठीक। इसमें कोई शक नहीं वो बिल्कुल सही कहते हैं अच्छा मेरी नॉलेज के मुताबिक ना एक नई चीज़ मैंने सीखी ठीक है ज़ाहिरन बतानी चाहिए दोस्तों लाजमी है लोग इसे इतफाक भी करें वो इख्तलाफ भी कर सकते हैं उनका राइट है मैंने देखा है जिन कबूतरों के जोड़ मैं जोड़ों पे आऊँगा जोड़ों- हालांकि मैं ये जोड़ हड्डी पे इतना बिलीव नहीं करता मैं ठीक। कबूतर की ब्लड लाइन पे यकीन करने वाला ब्लड लाइन पे उनकी विल पावर पे ठीक कितने वो स्ट्रांग है लेकिन मैंने नोटिस किया है जिनकी नोकीले और बाहर की तरफ जोड़ है ना वो कबूतर थोड़े बड़े लंबे फिरते देखे हैं अच्छा जी और जिनके जोड़ अंदर की तरफ है फ्लेक्सिबल है ना वो मैंने गोल उड़ते देखे हैं ये बिल्कुल परों ठीक। वाली जो बात है 100% सही है सदाकत है लेकिन मैंने जो मुशाहिदा किया है मैं अपने दोस्तों से आपकी ऑडियंस से मैं रिक्वेस्ट करूंगा आप भी करके देखें ये तजर्बा हो करके सकता है मैं गलत हूँ ठीक है 100% गलत हो सकता हूँ लेकिन आप एक बार करके देखें अगर तो ये बात सही है तो आपको मुझे अप्रिशिएट करना चाहिए एक नई चीज़ बता दी मैंने अच्छा फरहान भाई एक चीज़ आप और बताएं कि क्या हड्डी से तयन किया जा सकता है पर जिस तरह हड्डी गोल है कश्ती हाँ ठीक है और उसका पर भी गोल ही लगा होगा ऐसा नहीं है नहीं है नहीं है ऐसा हो ही नहीं सकता कबूतर की हड्डी का उसके ऊपर से कोई ताल्लुक ही नहीं बिल्कुल ठीक आप देखिए नोकीले परों वाले कबूतर कश्ती हड्डी है गोल उड़ने वाले कबूतर उनकी ज़्यादा कश्ती हड्डी है सियालकोटियों का आप ज़्यादा देखें उनकी तो हड्डी ज़्यादा वो गोल होती है ठीक है वो तो कश्ती का कश्ता बन जाता है ठीक है अच्छा मतलब इसका उसके इसका साथ कोई कोई हड्डी ताल्लुक का नहीं। पर के साथ कोई लेना कोई देना ताल्लुक नहीं है कोई लेना सही देना नहीं इस है चीज़ जोड़ का भी उसके साथ कोई लेना देना नहीं जोड़ का थोड़ा सा इस तरह से है कि आपके जितने वो राउंड शेप में कश्ती में आएगा ना ठीक है उनके जोड़ ज़्यादा नीचे की तरफ होंगे ये जो ठीक। मैंने नोटिस किया है गलत भी हो सकता हूँ ਸਹੀ ਮੈਨੂੰ ਇੱਕ ਦਫਾ ਦੱਸਿਆ ਸੀ ਤੂੰ ਪਹਿਲੇ हाँ जी तो जितने राउंड में उनकी हड्डी आएगी ना तो उनके जोड़ भी उनके मुताबिक नीचे की तरफ ही होंगे नुकीले नहीं होंगे ये मैंने नोटिस किया है लेकिन ख़राब भी हो सकते हैं वो अब आपकी मेंटेनेंस पे ना कैसे उसको मेंटेन रखते हैं ये अगला पार्ट जो होगा ना वो टोटल जोड़ों वाले परिंदों के शौक का होगा बड़े माशाल्लाह अच्छे परिंदे हैं फरहान भाई के पास ये सिर्फ इस वीडियो में ये पर का तयन करना था कि गोल गेड़े का कबूतर जो सा है ना उसका पर कैसा होता है ठीक है ना वो देखें उस्ताद साहब पकड़ के लाए हैं ये शौक करवाते हैं आपको ये लें जी दोस्तों ये परिंदे का शौक कर लें आप इस परिंदे का आपको शौक करवाते हैं सबसे पहले इसकी आँख ले जी दोस्तों लें जी दोस्तों ये परिंदे का शौक करें बाकी गुफ्तगू जोन सी है ना जोड़ों वाले परिंदों की वो अगले पार्ट में करते हैं ये इसका हाई क्लोजअप है
चेहरा मोरा देख लें। फरहान भाई अब इसके ना आप हमें पर दिखाएं। जी, ये लें दोस्तों, ये इसके पर, ये वो परों के कबूतर हैं, ये गोल गेड़े के जो, गोल गेड़े के। बिल्कुल ठीक हो गया। लें जी दोस्तों, ये पर है इसका, बगल देख लें इसकी, इसके पर देख लें, ये इसके बाहर के पर नॉर्मल। अच्छा, आप इनके जो लास्ट जो टिप्स हैं उन पे गुलाई देखें, हाँ ये देखें, जो हम बात कर रहे थे, अक्सर उस्ताद कहते हैं ठीक, ये गुलाई वाले गोल उड़ते हैं, गोल और ये ऐसे उड़ते हैं खड़े होके, एक जगह खड़े हो, एक जगह खड़े होके। आप इन्हें अब देख रहे हैं ना आपने, यानी हम फिरते ले रहे हैं, देख रहे हैं एक जगह खड़े होके उड़ रहे हैं। बिल्कुल आपने नीचे मुंह कर लिया, बातें करने लगे, ठीक, 15-20 मिनट फिर ऊपर देखा वहीं पे खड़ा हुआ कबूतर। ठीक है, ये ऐसे कबूतर हैं, बिल्कुल सही। ठीक है। इसके बाद दूसरा भी पर का भी शौक है। लें जी दोस्तों, दूसरे पर का शौक करें। बाकी ये देखें जी माशाल्लाह, ये इसका पूरा पर है। ये कबूतर बुरा बनाने लग गए। ये अभी छोड़ के भी दिखाते हैं आपको। ये लें जी दोस्तों, ये टिप्स देखिए, ये टिप्स हैं इनकी, ठीक है। ये एक जगह मतलब के ना समझ ले के छत के ऊपर ही ना, छत के ऊपर उड़ते हैं, बिल्कुल छत के ऊपर गोल गेड़े के उड़ते हैं, ये लंबा नहीं जाता। हवा तूफान से अगर लंबे चले भी जाएंगे ना, तो वापस वापस वहीं खड़े हो जाएंगे, स्ट्रगल करके वापस आएंगे, वहीं खड़े हो जाएंगे। बिल्कुल ठीक। इसकी टेल दिखाएं। लें जी दोस्तों, ये टेल है इसकी माशाल्लाह। पंजे दिखाएं फरहान भाई इसके। लें जी दोस्तों, ये पंजे हैं इसके। लें दोस्तों, अब मैं आपको छोड़ के दिखाता हूँ। लें जी दोस्तों, ये परिंदा है ये। अच्छा फरहान भाई, ये मियाँ साहब वाला परिंदा? जी, ये मियाँ साहब वाला, मियाँ साहब वाला से मैं लेके आया था ये। अच्छा ये जी 50,000 का कबूतर लिया था, 50,000 का? 50,000 का कबूतर लिया था, 10 पर साफ पट्ठा था यंग? हाँ, ये 10वीं कली का था। 10वीं कली साफ थी, मतलब ब्रीडिंग के लिए तैयार था। बिल्कुल। ये अब तो तकरीबन 1.5-2 साल का हो गया। 1.5-2 साल का हो गया। रिजल्ट क्या है इसके? सर इसके बच्चे उड़े हैं, कमाल की उड़े। जैसे मैं आपको बता रहा हूँ, इसी का एक बच्चा था, डब्बू उसका नाम था। क्या बात है, ये डब्बू वाला कबूतर है, इसके बच्चे का नाम डब्बू रखा। डब्बू रखा था? डब्बू रखा था, वैसे खड़ा होके उड़ता था। माशाल्लाह जो माशाल्लाह, एंजॉय करवाया था इसके बच्चे ने। अच्छा अब एक मैं आपसे रिक्वेस्ट और करता हूँ, इसकी फीमेल भी दिखा दें। मैं फीमेल पे दिखा देता हूँ आपको। लें जी दोस्तों, मज़ा लें माशाल्लाह, क्या बात है। ये इस कबूतर की फीमेल है। अच्छा फरहान भाई, ये पास जोड़ा है आपका? ये पास जोड़ा, ये 100% पास जोड़ा, और ये 100% मियाँ नज़ीर वाले हैं। माशाल्लाह, इनमें कोई क्रॉस नहीं है, कुछ भी नहीं है। अच्छा ये कौन से वाले हैं मियाँ साहब वाले? वो जो मियाँ साहब वाले डबल है, आप देख रहे हैं, वो डबल का कबूतर है, और ये भी डबल में से स्लेटा निकला हुआ है। ठीक है, डब्बल निकली से हुई, निकला, बिल्कुल डबल में से। माशाल्लाह। ये कौन से मतलब सन में आप लाए थे? कितनी देर हो गई? 2 साल हो गए। 2 साल हो ज़्यादा गए। टाइम नहीं हुआ, 2 साल हुए हैं। माशाल्लाह यार, क्या बात है मियाँ साहब की। क्या इसको मैं नशे वाली मादी कहता हूँ। नशे वाली? हाँ, इसका नाम है रखा अच्छा, नशे वाली मादी। नशे वाली मादी। और वो उस कबूतर का क्या नाम रखा हुआ? इसकी ये डबल है, इसको डब्बू कहता हूँ। डब्बू। इसके जो बच्चे हैं उन्हें भी डब्बू कहता हूँ। डब्बू का, डब्बू के ये बच्चे। पर लें जी दोस्तों, ये पर हैं इसके। क्या बात है, क्या बात है। अच्छा, आपने एक चीज़ नोट करनी है, कबूतर के और मादी के सेम पर हैं, सेम पर हैं। मियाँ नज़ीर वालों के पर नहीं ख़राब होते हैं, ये उनकी पहचान है, ये कैटेगरी। बिल्कुल ठीक। अच्छा फरहान भाई, एक क्वेश्चन मेरा हो रहा है, इनके अपना पर ख़राब कब होंगे? फ़र्ज़ करें अभी ये लेंथ बहुत अच्छी है इसके परों की, अगर फ़र्ज़ करें किस तरह का पर हम इसके साथ डालेंगे और आगे से परों में ख़राबी आना शुरू हो जाएगी? इम्बैलेंस का कबूतर हमेशा तभी होता है ना, जब अजीबो-गरीब किस्म के कबूतर आप लगाते हैं, जहाँ आपको सेंस ना जोड़े लगाने की। बिल्कुल ठीक। आप एकदम से लंबी तीलियों वाले लगा दें, और यानी आउट ऑफ सेंस जाके, आउट ऑफ सिलेबस जाके आप काम करना शुरू करें, तो डेफिनेटली ख़राब ही होंगे। ख़राब हो। अब इन परों को आप देखिए मेंटेन रखेंगे। ये नहीं दोस्तों, ये पर तभी मेंटेन रहेंगे ना जब आप इन जैसे ही पर तकरीबन मिलते जुलते लगाएंगे। ठीक है, और कबूतर को इनब्रीड ज़्यादा नहीं करना। ठीक हो। अब मैं ये जोड़ा अगर मैं 10-15 साल लगा रहने दूँ, ये बेकार हो जाएंगे। अच्छा जी, मैं क्या करता हूँ, मैं इनके सिर्फ 2 बच्चे लेता हूँ सीजन में। ठीक है, 2 बच्चे लेके एक आध उड़ा लिया, और बाकी जोड़ों के लिए काट, उसके बाद मैं बच्चे नहीं इनके लेता। ठीक है, ठीक है, ठीक, ताकि इनकी हेल्थ जो है वो कायम रहे, अच्छे और हेल्दी बच्चे निकालेंगे। बिल्कुल लगते रहेंगे, बच्चे भी अनहेल्दी होंगे और आगे इनब्रीड की तरफ चले जाएंगे। इनब्रीड की तरफ चले जाएंगे। नहीं, ये समझ बिल्कुल सही। टेल दिखाएं इसकी। लें जी दोस्तों, ये टेल है इसकी। पंजे दिखाएं फरहान भाई। ये इसके पंजे लें जी दोस्तों, ये पंजे हैं। ऐसे नहीं है, काबू आएगी।
लें दोस्तों, ये पंजे हैं इसके, और ये भी चीज़ देखें, इतनी सी दुम है इसकी। हाँ जी एग्जैक्टली। इतनी सी, क्या बात और है, ये माशाल्लाह। देखें, ये कड़ी जो मियां नज़ीर वाली, बिल्कुल और टक वाली कड़ी जो होती ऐसी है। है, माशाल्लाह। ले फरहान भाई, ये जोड़ा छोड़ के हमारे दोस्तों को दिखा दे, ताकि ये जोड़ा, मैंने यकीन माने कि ये मैंने अगले पार्ट में बनाना था। मैंने कहा दोस्तों को पता चलना चाहिए एक ही पार्ट में कि कौन से पर के साथ कौन सा पर लगा हुआ। ये पास जोड़ा है इनका, रिजल्टेड, और सेम ब्लड लाइन लगी हुई है। और बाजियों में भी इनके बच्चे पढ़ते हैं बाजियों आप, में भी क्योंकि ये बाजी मेकर छाता और मजे की बात है, है, फरहान दुबई वाली मशहूर छाता है दुबई इधर, वाली इधर बाबू साबू में। बाबू और साबू। मजे की बात है, इनके बच्चों में तेजी नहीं है, तेजी नहीं है, जाया स्लोपन, होने वाली तेजी नहीं है। क्या बात है, बड़े सुकून से उड़ेंगे, जाके बंद होंगे और आराम से ही आएंगे। बिल्कुल सही, कि मुंसफ भी बैठ के आराम से बोले, खुद बता दे भाई आपका कबूतर नहीं कराया है। बिल्कुल ठीक, क्या बात है जी, वो मज़ा माशाल्लाह माशाल्लाह। लें जी दोस्तों, पेयर का मुझे उम्मीद है आपको गुफ्तगू का और पेयर का मज़ा आया होगा। ठीक है, अगले पार्ट में आपको जोड़ों का शौक करवाते हैं। लें जी दोस्तों, अल्लाह हाफिज़।